ਕਹਾਣੀ ਹੈ ਸੰਦੂਖ ਤੇ ਲੇਖਕ ਨੇ ਸਿਮਰਨ ਧਾਲੀਵਾਲ। ਬਾਪੂ ਨੇ 30 ਸਾਲ ਤਾਂ ਕੱਟਤੇ ਹੋਣੇ ਉਰੇ ਕਿ ਨਹੀਂ? ਮੈਂ ਪੈਮ ਨੂੰ ਪੁੱਛਦਾ। ਉਹ ਕੰਪਿਊਟਰ ਉੱਪਰ ਬਿਜ਼ੀ ਹੈ। ਮੇਰੇ ਵੱਲ ਬਿਨ ਦੇਖੇ ਹੀ ਜਾਂ ਕਹਿ ਕੇ ਸਾਰ ਦਿੰਦੀ ਹੈ। ਮੈਂ ਉਹਦੇ ਨਾਲ ਹੋਰ ਗੱਲਾਂ ਕਰਨੀਆਂ ਚਾਹੁੰਦਾ, ਪਰ ਉਸਦਾ ਕੋਈ ਜ਼ਰੂਰੀ ਕੰਮ ਬਾਕੀ ਪਿਆ ਹੈ। ਇਸ ਲਈ ਮੈਂ ਹੋਰ ਕੁਝ ਨਹੀਂ ਬੋਲਦਾ। ਕਿਚਨ ਵੱਲ ਜਾਂਦਾ ਜਾਂਦਾ ਪੁੱਛ ਲੈਂਦਾ ਹਾਂ, ਕੌਫੀ ਲੈਣੀ ਤੂੰ? ਅੱਧਾ ਕੱਪ, ਉਹ ਆਖ ਦਿੰਦੀ ਹੈ ਅਤੇ ਮੈਂ ਰਸੋਈ ਵਿੱਚ ਜਾ ਕੇ ਕੌਫੀ ਬਣਾਉਣ ਲੱਗਦਾ। ਰਸੋਈ ਵਿੱਚ ਖੜ੍ਹਾ ਮੈਂ ਮੁੜ ਪੁਰਾਣੀਆਂ ਗੱਲਾਂ ਵਿੱਚ ਗੁਆਚ ਜਾਂਦਾ। ਬਾਪੂ ਉਦੋਂ ਅਜੇ ਰਿਟਾਇਰ ਹੋਇਆ ਹੀ ਸੀ ਜਦੋਂ ਮੈਂ ਕਾਗਜ਼ ਭੇਜੇ ਸੀ ਇੰਡੀਆ। ਮੈਂ ਮਨ ਹੀ ਮਨ ਮੁੜ ਸਾਲਾਂ ਦਾ ਹਿਸਾਬ ਕਿਤਾਬ ਲਗਾਉਣ ਲੱਗ ਜਾਂਦਾ ਹਾਂ। ਮੈਨੂੰ ਯਾਦ ਹੈ ਵੀਜ਼ਾ ਅਪਲਾਈ ਕੀਤੇ ਤੋਂ 15 ਕੁ ਦਿਨਾਂ ਬਾਅਦ ਹੀ ਅਚਾਨਕ ਸਾਹ ਦੀ ਬਿਮਾਰੀ ਨਾਲ ਬੇਬੇ ਚੱਲ ਵਸੀ ਸੀ। ਮੈਂ ਬਾਰਡਰ ਵੱਲ ਨੂੰ ਜਾ ਰਿਹਾ ਸਾਂ, ਟਰਾਲਾ ਲੋਡ ਕਰੀ ਬਾਪੂ ਦਾ ਫੋਨ ਆਇਆ। ਮੇਰੀਆਂ ਅੱਖਾਂ ਵਿੱਚ ਚਮਕ ਆ ਗਈ। ਸੋਚਿਆ ਬਾਪੂ ਨੇ ਦੱਸਣਾ ਹੋਣਾ ਕਿ ਵੀਰਿਆ ਮੇਰਾ ਤੇ ਮਾਂ ਤੇਰੀ ਦਾ ਵੀਜ਼ਾ ਆ ਗਿਆ। ਪਰ ਕਾਲ ਦੱਬਦਿਆਂ ਸਾਰ ਬਾਪੂ ਡੁੱਬੀ ਜਿਹੀ ਆਵਾਜ਼ ਵਿੱਚ ਬੋਲਿਆ ਸੀ, ਬੱਲਿਆ ਤੂੰ ਤਾਂ ਕਨੇਡਾ ਦੀਆਂ ਟਿਕਟਾਂ ਕਟਾਉਂਦਾ ਫਿਰਦਾ, ਮਾਂ ਤੇਰੀ ਤੇ ਬਾਪੂ ਫਿਸ ਪਿਆ ਸੀ। ਫਿਰ ਪਲਕ ਮਗਰੋਂ ਉਹਨੇ ਖੁਦ ਨੂੰ ਸੰਭਾਲਦਿਆਂ ਆਖਿਆ ਸੀ, ਆ ਜਾਓ ਮੇਰੇ ਪੁੱਤ ਤੁਸੀਂ। ਇਸ ਤੁਸੀਂ ਵਿੱਚ ਮੈਂ ਤੇ ਪੈਮ ਸ਼ਾਮਿਲ ਸਾਂ। ਮੈਂ ਪਵਿੱਤਰ ਗਿਆ। ਪੈਮ ਦਾ ਨੰਬਰ ਲਗਾਇਆ। ਅੱਗਿਓਂ ਕੰਪਿਊਟਰ ਬੋਲਿਆ। ਟੀ ਦੀ ਆਵਾਜ਼ ਆਈ ਅਤੇ ਮੈਂ ਮੈਸੇਜ ਛੱਡ ਦਿੱਤਾ। ਟਰਾਲਾ ਵਾਪਿਸ ਮੋੜ ਲਿਆ। ਸੋਚਿਆ ਟਰਾਂਸਪੋਰਟਰ 'ਤੇ ਜਾ ਕੇ ਗੱਲ ਕਰਦਾ, ਆਪੇ ਕਿਸੇ ਹੋਰ ਨੂੰ ਭੇਜ ਦੇਣਗੇ। ਅਤੇ ਉਦੋਂ ਮੈਂ ਇਕੱਲਾ ਗਿਆ ਸੀ ਇੰਡੀਆ। ਜੋ ਵੀ ਮਿਲਦਾ ਪਹਿਲਾਂ ਇਹੀ ਸਵਾਲ ਕਰਦਾ, ਵੀਰਿਆ ਪੰਮੀ ਨਹੀਂ ਆਈ? ਮੈਂ ਭਰੀ ਭਰਾਈ ਰੀਲ ਵਾਂਗੂ ਕੰਮ ਦੀ ਮਜਬੂਰੀ, ਬੱਚੇ ਦੀ ਜ਼ਿੰਮੇਵਾਰੀ ਅਤੇ ਪਤਾ ਨਹੀਂ ਕੀ ਕੀ ਆਖ ਕੇ ਸਵਾਲਾਂ ਦੇ ਜਵਾਬ ਦਿੰਦਾ। ਭੋਗ ਪੈਣ ਤੱਕ ਬੇਬੇ ਅਤੇ ਬਾਪੂ ਦੋਨਾਂ ਦਾ ਵੀਜ਼ਾ ਆ ਗਿਆ ਸੀ। ਪਰ ਬੇਬੇ ਦੇ ਕਰਮਾਂ 'ਚ ਜਿੱਦਾਂ ਕਨੇਡਾ ਦਾ ਪਾਣੀ ਲਿਖਿਆ ਹੀ ਨਹੀਂ ਸੀ। ਬੌਬ ਪਾਣੀ ਪਿਆ ਦੇ, ਨਹੀਂ ਤਾਂ ਕੌਫੀ ਤਾਂ ਤੂੰ ਧੁੱਪੇ ਧਰੀ ਹੋਈ ਆ। ਪੈਮ ਨੇ ਹਾਕ ਮਾਰੀ। ਮੇਰੀ ਸੁਰਤੀ ਟੁੱਟਦੀ ਹੈ। ਕੌਫੀ ਰਿੱਝ ਰਿੱਝ ਕਮਲੀ ਹੋਈ ਪਈ ਸੀ। 2 ਕੱਪਾਂ ਵਿੱਚ ਕੌਫੀ ਪਾ ਕੇ ਲਿਵਿੰਗ ਰੂਮ ਵਿੱਚ ਲੈ ਜਾਂਦਾ। ਧੁੱਪੇ ਧਰੀ ਹੁੰਦੀ ਤਾਂ 7 ਦਿਨ ਨਹੀਂ ਸੀ ਬਣਨੀ। ਮੌਸਮ ਦੇਖਿਆ ਬਾਹਰ? ਮੈਂ ਵਿੰਡੋ ਵਿੱਚ ਦੀ ਬਾਹਰ ਦੇਖਦਾ। ਅਜੇ ਵੀ ਨਿੱਕਾ ਨਿੱਕਾ ਮੀਂਹ ਪੈ ਰਿਹਾ। ਆਸਮਾਨ ਬੱਦਲਾਂ ਨਾਲ ਭਰਿਆ ਪਿਆ। ਠੰਡੀ ਹਵਾ ਚੱਲਦੀ ਹੈ ਬਾਹਰ। ਦਸੰਬਰ ਦਾ ਦੂਜਾ ਹਫ਼ਤਾ ਹੈ। ਮੈਂ ਤੇ ਬਾਪੂ ਜਿਸ ਦਿਨ ਚੱਲੇ ਸਾਂ ਪਿੰਡ ਤੋਂ, ਉਸ ਦਿਨ ਵੀ ਨਿੱਕਾ ਨਿੱਕਾ ਮੀਂਹ ਪੈ ਰਿਹਾ ਸੀ। ਰਾਜਪੁਰਾ ਟੱਪੇ ਹੀ ਸਾਂ। ਬੱਦਲ ਦੇਖ ਕੇ ਬਾਪੂ ਨੂੰ ਫਿਕਰ ਪੈ ਗਿਆ ਸੀ। ਵੀਰਿਆ ਚਾਚੇ ਆਪਣੇ ਨੂੰ ਫੋਨ ਲਾਈ ਜ਼ਰਾ, ਪਿਛਲਾ ਕਮਰਾ ਚੋਣ ਲੱਗ ਜਾਂਦਾ ਹੁੰਦਾ। ਸੰਦੂਖ ਪਿਆ ਤੇਰੀ ਬੇਬੇ ਦਾ, ਆਖਾਂ ਉਹਨੂੰ। ਵਿੰਡੋ ਅੱਗੇ ਖੜ੍ਹਾ ਕੌਫੀ ਦੀਆਂ ਘੁੱਟਾਂ ਭਰਦਾ ਮੈਂ ਮੁੜ ਉਹਨਾਂ ਹੀ ਗੱਲਾਂ 'ਚ ਗੁਆਚ ਗਿਆ। ਬੇਬੇ ਨੂੰ ਬੜਾ ਪਿਆਰਾ ਸੀ ਆਪਣਾ ਸੰਦੂਖ। ਹਜ਼ਾਰਾਂ ਵਾਰ ਉਹਨੇ ਇਸ ਸੰਦੂਖ ਦੀ ਕਥਾ ਸੁਣਾਈ ਸੀ ਸਾਨੂੰ। ਸਾਡੇ ਵਾਰੇ ਪਾਰੇ ਤਾਂ ਸੰਦੂਖ ਹੀ ਦਿੰਦੇ ਸੀ ਦਾਜ 'ਚ। ਟਾਹਲੀ ਹੁੰਦੀ ਸੀ ਸਾਡੇ ਖੇਤ, ਇਹ ਉਹਦੀ ਲੱਕੜ ਦਾ ਬਣਿਆ, ਬਲਵਿੰਦਰ ਸਿਉਂ ਦੇ ਹੱਥਾਂ ਦਾ। ਹੁਣ ਤਾਂ ਉਹ ਵੀ ਵਿਚਾਰਾ ਪਤਾ ਨਹੀਂ ਕਦੋਂ ਦਾ ਮਰ ਖਪ ਗਿਆ ਹੋਣਾ। ਅਤੇ ਜਦੋਂ ਮੇਰਾ ਵਿਆਹ ਹੋਇਆ, ਬੇਬੇ ਦਾ ਸੰਦੂਕ ਪਿਛਲੇ ਕਮਰੇ ਵਿੱਚ ਧਰ ਦਿੱਤਾ ਗਿਆ ਸੀ। ਸ਼ਾਇਦ ਵੇਲਾ ਬਦਲਣ ਨਾਲ ਚੀਜ਼ਾਂ ਦਾ ਮੁੱਲ ਅਤੇ ਥਾਂ ਦੋਨੋਂ ਬਦਲ ਜਾਂਦੇ ਨੇ। ਜਦੋਂ ਅਸੀਂ ਏਅਰਪੋਰਟ ਤੋਂ ਬਾਹਰ ਨਿਕਲੇ, ਟੈਕਸੀ ਵਿੱਚ ਬੈਠਾ ਬਾਪੂ ਬਾਹਰ ਦੇ ਰੰਗ ਤਮਾਸ਼ੇ ਦੇਖ ਰਿਹਾ ਸੀ। ਬੱਲਿਆ ਊਈ ਨਹੀਂ ਮਰੀ ਜਾਂਦਾ ਸਾਰਾ ਪੰਜਾਬ ਕਨੇਡਾ ਆਉਣ ਨੂੰ, ਹੈ ਤਾਂ ਸਵਰਗਾਂ ਵਰਗਾ। ਮੈਂ ਬਾਪੂ ਦੀ ਇਸ ਗੱਲ 'ਤੇ ਹੱਸ ਪਿਆ ਸਾਂ। ਉਦੋਂ ਅਜੇ ਕੰਮ ਦਾ ਵੇਲਾ ਸੀ। ਨਾ ਪੈਮ ਘਰ ਸੀ, ਨਾ ਰੋਬਿਨ। ਉਹਨੂੰ 2:30 ਵਜੇ ਛੁੱਟੀ ਹੋਣੀ ਸੀ ਸਕੂਲ ਤੋਂ।
4 ਸਾਲਾਂ ਬਾਅਦ ਬਾਪੂ ਨੇ ਮਿਲਣਾ ਸੀ ਰੋਬਿਨ ਨੂੰ। ਰੋਬਿਨ ਉਦੋਂ ਅਜੇ ਬਹੁਤ ਛੋਟਾ ਸੀ ਜਦੋਂ ਅਸੀਂ ਕੈਨੇਡਾ ਆ ਗਏ ਸਾਂ। 4 ਸਾਲਾਂ ਵਿੱਚ ਮੈਂ 2 ਵਾਰ ਇਕੱਲਾ ਗਿਆ ਸਾਂ ਇੰਡੀਆ। ਇੱਕ ਵਾਰ ਕਿਸੇ ਖਾਸ ਕੰਮ ਕਰਕੇ ਅਤੇ ਦੂਜੀ ਵਾਰੀ ਬੇਬੇ ਦੀ ਮੌਤ 'ਤੇ। ਘਰ ਆ ਕੇ ਮੈਂ ਬਾਪੂ ਨੂੰ ਚਾਹ ਬਣਾ ਕੇ ਪਿਆਈ, ਸਮਾਨ ਕਮਰੇ ਵਿੱਚ ਰੱਖ ਕੇ, ਗਰਮ ਪਾਣੀ ਬਾਥ ਟੱਬ ਵਿੱਚ ਛੱਡ ਕੇ ਨਹਾਉਣ ਲਈ ਤੌਲੀਆ ਦਿੱਤਾ। ਜਦ ਸ਼ਾਮ ਜੀ ਨੂੰ ਬਾਪੂ ਸੁੱਤਾ ਉੱਠਿਆ, ਉਦੋਂ ਤੱਕ ਪੈਮ ਅਤੇ ਰੋਬਿਨ ਦੋਨੋਂ ਘਰ ਆ ਗਏ ਸੀ। ਮੈਨੂੰ ਉਹ ਸ਼ਾਮ ਬੜੀ ਚੰਗੀ ਲੱਗੀ ਸੀ। ਕਾਸ਼ ਬੇਬੇ ਵੀ ਨਾਲ ਹੁੰਦੀ। ਘਰ ਹੋਰ ਭਰਿਆ ਭਰਿਆ ਲੱਗਣਾ ਸੀ। ਮੈਨੂੰ ਬੇਬੇ ਦੇ ਤੁਰ ਜਾਣ ਦਾ ਯਕੀਨ ਨਹੀਂ ਸੀ ਹੋ ਰਿਹਾ ਜਿੱਦਾਂ। ਅਜੇ 4 ਦਿਨ ਪਹਿਲਾਂ ਹੀ ਤਾਂ ਹਲਕੀ ਸਰਦੀ ਸੀ। ਉਦੋਂ ਵੀ ਬਾਹਰ ਇਸੇ ਤਰ੍ਹਾਂ ਮੀਂਹ ਪੈ ਰਿਹਾ ਸੀ। ਮੈਂ ਵਿਸਕੀ ਦੀ ਬੋਤਲ ਮੇਜ਼ ਉੱਪਰ ਧਰ ਦਿੱਤੀ। ਪੈਮ ਨੇ ਆਮਲੇਟ ਬਣਾ ਦਿੱਤਾ। 2 ਪੈਗ ਲਾ ਕੇ ਬਾਪੂ ਬੇਬੇ ਦੀਆਂ ਗੱਲਾਂ ਕਰਨ ਲੱਗਾ। ਕਦੀ ਉਹ ਪਿੰਡ ਦੀਆਂ ਗੱਲਾਂ ਛੇੜ ਲੈਂਦਾ, ਕਦੀ ਆਪਣੀ ਮਾਸਟਰੀ ਦੀਆਂ। ਵਿੱਚ ਹੀ ਰੋਬਿਨ ਨੂੰ ਪਿਆਰ ਕਰਨ ਲੱਗ ਜਾਂਦਾ। ਬੱਲਿਆ, ਤੂੰ ਹੀ ਆ ਜਾਂਦਾ ਆਪਣੀ ਦਾਦੀ ਦੀ ਮੌਤ 'ਤੇ। ਤੈਨੂੰ ਯਾਦ ਕਰਦੀ ਮਰ ਗਈ ਉਹ। ਬਾਪੂ ਦੀ ਇਸ ਗੱਲ 'ਤੇ ਮੇਰੀਆਂ ਅੱਖਾਂ ਛਲਕ ਆਈਆਂ ਸਨ। ਉਸ ਵੇਲੇ ਤਾਂ ਮੈਂ ਵੀ ਕੋਲ ਨਹੀਂ ਸਾਂ ਬੇਬੇ ਦੇ। ਮੈਨੂੰ ਯਾਦ ਆ ਜਦੋਂ ਸਾਡੀ PR ਹੋਈ ਸੀ, ਬੇਬੇ ਪੂਰਾ ਖੁਸ਼ ਨਹੀਂ ਹੋਈ ਸੀ ਉਦੋਂ। ਕਰੀ ਤਾਂ ਜਾਂਦਾ ਹੈ ਪੁੱਤ ਨੌਕਰੀਆਂ, ਇੱਥੇ ਹੀ ਕੈਨੇਡਾ ਆਪਣਾ ਇੱਕ ਟਿੰਗ ਆ, ਉਹ ਵੀ ਤੁਰ ਜੂ ਤਾਂ ਅਸੀਂ ਕਾਹਦੇ ਜੋਗੇ। ਮੰਜੇ 'ਤੇ ਪਿਆ ਨੂੰ ਕੋਈ ਪਾਣੀ ਦੀ ਘੁੱਟ ਵੀ ਪੁੱਛਣ ਵਾਲਾ ਨਹੀਂ ਹੋਣਾ। ਆ ਖੜਾ ਕੈਨੇਡਾ, ਦੁੱਖ ਸੁੱਖ ਨੂੰ ਤੂੰ ਹਾਕ ਤਾਂ ਮਾਰੀ, ਅਸੀਂ ਭੱਜੇ ਆਵਾਂਗੇ। ਨਾਲੇ 2 ਸਾਲਾਂ ਦੀ ਤਾਂ ਗੱਲ ਆ, ਤੈਨੂੰ ਤੇ ਬਾਪੂ ਨੂੰ ਵੀ ਨਾਲ ਹੀ ਲੈ ਜਾਣਾ ਮੈਂ। ਪਰ ਨਾ ਤਾਂ 2 ਸਾਲ ਬਾਅਦ ਬੇਬੇ ਇੰਡੀਆ ਤੋਂ ਕੈਨੇਡਾ ਆਈ ਸੀ ਅਤੇ ਨਾ ਹੀ ਦੁੱਖ ਸੁੱਖ ਨੂੰ ਮੈਂ ਇੰਡੀਆ ਜਾ ਸਕਿਆ ਸੀ। ਮੈਂ ਤਾਂ ਉਦੋਂ ਪਹੁੰਚਿਆ ਸੀ ਜਦੋਂ ਬਾਬ, ਜਦੋਂ ਦਾ ਤੂੰ ਕਿਤੇ ਗੁਆਚਿਆ ਹੋਇਆ। ਕੱਲ੍ਹ ਤੋਂ ਕੰਮ 'ਤੇ ਜਾ, ਕੌਫੀ ਦੀ ਘੁੱਟ ਭਰਦੀ ਹੋਈ ਪੈਮ ਆਖਦੀ ਹੈ। ਮੈਂ ਵਿੰਡੋ ਅੱਗੇ ਖੜ੍ਹਾ ਹੀ ਪਿੱਛੇ ਨੂੰ ਗਰਦਨ ਘੁਮਾ ਕੇ ਉਹਦੇ ਵੱਲ ਦੇਖਦਾ ਅਤੇ ਆਖਦਾ, ਯਾ ਕੰਮ 'ਤੇ ਤਾਂ ਜਾਣਾ ਹੀ ਪੈਣਾ। ਉਸ ਸ਼ਾਮ ਵੀ ਮੈਂ ਬਾਪੂ ਨੂੰ ਸਾਰਾ ਕੁਝ ਸਮਝਾ ਦਿੱਤਾ ਸੀ। ਆਪਣੇ ਅਤੇ ਪੈਮ ਦੇ ਕੰਮ ਦਾ ਟਾਈਮ, ਕਿੰਨੇ ਵਜੇ ਪੈਮ ਦੀ ਫਰੈਂਡ ਸੂਫੀ ਰੋਬਿਨ ਨੂੰ ਸਕੂਲ ਤੋਂ ਲੈ ਕੇ ਘਰ ਛੱਡ ਕੇ ਜਾਊ, ਖਾਣਾ ਕਿਵੇਂ ਗਰਮ ਕਰਨਾ, ਗਰਮ ਠੰਡਾ ਪਾਣੀ ਕਿਵੇਂ ਛੱਡਣਾ, ਅਤੇ ਹੋਰ ਵੀ ਨਿੱਕੀਆਂ ਵੱਡੀਆਂ ਗੱਲਾਂ। ਅਗਲੀ ਸਵੇਰ ਬਾਪੂ ਸਾਡੇ ਉੱਠਣ ਤੋਂ ਪਹਿਲਾਂ ਉੱਠਿਆ ਬੈਠਾ ਸੀ। ਮੈਂ ਤਾਂ ਪਾਠੀ ਬੋਲਣ ਸਾਰ ਉੱਠ ਖੜ੍ਹਦਾ। ਮੇਰੇ ਦਾਤਣ ਕੁਰਲਾ ਕਰਦਿਆਂ ਨੂੰ ਬੇਬੇ ਤੇਰੀ ਚਾਹ ਧਰ ਲੈਂਦੀ ਸੀ। ਬਾਪੂ ਨੇ ਕਿਚਨ ਵੱਲ ਝਾਕਦਿਆਂ ਆਖਿਆ ਸੀ। ਪਰ ਪੈਮ ਤਾਂ ਉਦੋਂ ਰੋਬਿਨ ਨੂੰ ਸਕੂਲ ਲਈ ਤਿਆਰ ਕਰ ਰਹੀ ਸੀ। ਮੈਂ ਚਾਹ ਬਣਾ ਕੇ ਬਾਪੂ ਮੂਹਰੇ ਚਾਹ ਧਰੀ। ਕੰਮ ਸਿੱਖ ਗਿਆ ਲੱਗਦਾ ਬੱਲਿਆ, ਘਰ ਦਾ ਸਾਰਾ ਇੱਥੇ ਆ ਕੇ। ਬਾਪੂ ਨੇ ਸੁਭਾਵਿਕ ਕਿਹਾ ਸੀ ਜਾਂ ਤੰਜ਼ ਨਾਲ, ਮੈਨੂੰ ਸਮਝ ਨਹੀਂ ਆਈ। 2 ਦਿਨ ਬਾਅਦ ਮੈਂ ਮੁੜਨਾ ਸੀ ਘਰੇ। ਮੈਂ 2 ਦਿਨ ਦਾ ਖਾਣਾ ਪੈਕ ਕਰਕੇ ਗੱਡੀ ਵਿੱਚ ਧਰ ਲਿਆ। ਬਾਪੂ ਲਈ ਬ੍ਰੈਕਫਾਸਟ ਅਤੇ ਲੰਚ ਬਣਾ ਕੇ ਪੈਮ ਨੇ ਰੱਖ ਦਿੱਤਾ। 2 ਦਿਨ ਬਾਅਦ ਮੈਂ ਜਦ ਘਰ ਮੁੜਿਆ, ਆ ਕੇ ਬਾਪੂ ਦਾ ਹਾਲ ਚਾਲ ਪੁੱਛਿਆ। ਹਾਲ ਤਾਂ ਬੱਲਿਆ ਠੀਕ ਆ, ਪਰ ਸਾਲਾ ਹਾਲ ਕੋਈ ਨਹੀਂ। ਮੈਂ ਨਾ ਕੋਈ ਚਾਹ ਰੋਟੀ ਦਾ ਟਾਈਮ, ਨਾ ਲੈਣਾ ਨਾ ਦੇਣਾ। ਪੰਮੀ ਤੁਰ ਜਾਂਦੀ ਮੰਨੀਆਂ ਪਕਾ ਕੇ, ਮੈਥੋਂ ਠੰਡੀਆਂ ਤੱਤੀਆਂ ਖਾ ਨਹੀਂ ਹੁੰਦੀਆਂ। ਮਾਂ ਤੇਰੀ ਤਾਜ਼ਾ ਦਾਲ ਸਬਜ਼ੀ ਧਰਦੀ, ਤਵੇ ਤੋਂ ਲੱਥਦੀ ਰੋਟੀ ਧਰਦੀ ਮੇਰੀ ਪਲੇਟ 'ਚ। ਘਰੇ ਉਂਝ ਡਰ ਜਿਹਾ ਆਉਂਦਾ। ਸਾਰਾ ਦਿਨ ਮੈਂ ਤਾਕੀ ਅੱਗੇ ਬੈਠਾ ਰਹਿੰਦਾ, ਕੋਈ ਬੰਦਾ ਜਨੌਰ ਨਹੀਂ ਦੀਂਦਾ। ਆ ਸਾਹਮਣੇ ਰਹਿੰਦਾ ਵੀ ਆ ਕੋਈ। ਬਾਪੂ ਕੈਨੇਡਾ ਦੀ ਇਸ ਫਿਤਰਤ ਤੋਂ ਅਣਜਾਣ ਸੀ। ਮੈਂ ਸਮਝਾਇਆ ਕਿ ਬਾਪੂ ਕੰਮਾਂ ਦੀ ਮਜਬੂਰੀ ਆ, ਇੱਥੇ ਤਾਜ਼ੀਆਂ ਦਾਲਾਂ ਰੋਟੀਆਂ ਨਹੀਂ ਲੱਭਦੀਆਂ ਹਰ ਵੇਲੇ। ਲੋਕੀ ਤਾਂ ਰਾਤ ਨੂੰ ਟਿਫਨ ਪੈਕ ਕਰਕੇ ਸੌਂਦੇ ਆ। ਦੁੱਧ ਅਸੀਂ ਇਕੱਠਾ ਲਿਆ ਕੇ ਧਰ ਲੈਂਦੇ ਹਾਂ ਫਰਿੱਜ 'ਚ। ਅਤੇ ਸਭ ਤੋਂ ਵੱਡੀ ਗੱਲ, ਇੱਥੇ ਕੱਲ੍ਹ ਕੱਟਣ ਦੀ ਜਾਂਚ ਸਿੱਖਣੀ ਪੈਂਦੀ ਆ। ਗੁਆਂਢ ਮੱਥੇ ਵਾਲੀ ਗੱਲ ਇੱਥੇ ਨਹੀਂ ਹੁੰਦੀ।
ਵਿੰਡੋ ਮੂਹਰੇ ਖੜ ਕੇ ਨਾ ਬੰਦਾ ਨਾ ਜਨੌਰ, ਕੁਛ ਨਹੀਂ ਦਿਸਣਾ। ਬਾਬ, ਵਿੰਡੋ ਮੂਹਰੇ ਖੜਾ ਕੀ ਕਰੀ ਜਾਂਦਾ? ਘੰਟਾ ਹੋ ਗਿਆ। ਪੈਮ ਦੀ ਗੱਲ ਨਾਲ ਮੇਰਾ ਧਿਆਨ ਉਖੜਿਆ। ਯਾਦ ਆਇਆ ਹੱਥ ਵਿੱਚ ਫੜੀ ਕੌਫੀ ਪਾਣੀ ਬਣ ਗਈ ਸੀ। ਮੁੜ ਗਰਮ ਕਰਨ ਦਾ ਮਨ ਨਹੀਂ ਹੋਇਆ। ਮੈਂ ਕਿਚਨ ਵਿੱਚ ਜਾ ਕੇ ਸਿੰਕ ਵਿੱਚ ਕੱਪ ਮੁੱਧਾ ਕਰਕੇ ਉੱਪਰੋਂ ਟੂਟੀ ਚਲਾ ਦਿੱਤੀ ਤੇ ਆ ਕੇ ਪੈਮ ਕੋਲ ਬੈਠ ਗਿਆ। ਪੈਮ, ਇਸ ਵਾਰ ਇੰਡੀਆ ਜਾ ਕੇ ਆਈਏ ਸਾਰੇ ਜਣੇ? ਮੈਂ ਪੈਮ ਵੱਲ ਦੇਖ ਕੇ ਪੁੱਛਦਾ। ਉਹ ਆਪਣਾ ਲੈਪਟਾਪ ਪਾਸੇ ਰੱਖਦੀ ਹੈ। ਹੁਣ ਕੀ ਹੋਇਆ ਅਚਾਨਕ? ਉਹ ਪੁੱਛਦੀ ਹੈ। ਸ਼ਾਇਦ ਇਸ ਲਈ ਵੀ ਕਿ ਹੁਣ ਇੰਡੀਆ ਕੌਣ ਆ? ਪੈਮ ਦੀ ਸਾਰੀ ਫੈਮਿਲੀ ਕੈਨੇਡਾ ਆ। ਮੇਰੀ ਇੱਕੋ ਇੱਕ ਭੈਣ ਤੇ ਉਹਦਾ ਸਾਰਾ ਲਾਣਾ ਅਮਰੀਕਾ ਆ। ਪਿੰਡ ਵਾਲਾ ਘਰ ਅਸੀਂ ਪਹਿਲਾਂ ਹੀ ਵੇਚ ਦਿੱਤਾ ਸੀ। ਫਿਰ ਹੋਣਾ ਤਾਂ ਕੀ ਆ, ਜੰਮਣ ਭੋਏ ਆ। ਫਿਰ ਵੀ ਤੂੰ ਤਾਂ ਗਈ ਕਦੇ ਨਹੀਂ ਮੁੜ ਕੇ, ਮੈਂ ਆਖਦਾ। ਉਹ ਕੁਛ ਨਹੀਂ ਬੋਲਦੀ। ਮੈਨੂੰ ਉਸਦੀ ਇਸ ਚੁੱਪ ਦੇ ਅਰਥ ਨਹੀਂ ਸਮਝ ਆਉਂਦੇ। ਸ਼ਾਮ ਉਤਰ ਰਹੀ ਹੈ। ਵਿੰਡੋ ਵਿੱਚ ਦੀ ਹਲਕਾ ਜਿਹਾ ਹਨੇਰਾ ਨਜ਼ਰ ਆਉਣ ਲੱਗਿਆ। ਜਦੋਂ ਕੁਸਮਸਾ ਜਿਹਾ ਹੁੰਦਾ ਨਾ, ਜਾਣੀ ਦੀ ਉਦੋਂ ਬਾਹਲਾ ਜੀ ਨੂੰ ਕੁਛ ਹੁੰਦਾ ਮੇਰੇ। ਮੈਨੂੰ ਬਾਪੂ ਦੀ ਗੱਲ ਯਾਦ ਆਈ। ਮੈਂ ਜਦੋਂ ਵੀ ਬਾਹਰੋਂ ਮੁੜਦਾ, ਬਾਪੂ ਕੋਈ ਨਾ ਕੋਈ ਐਸੀ ਗੱਲ ਲੈ ਕੇ ਬਹਿ ਜਾਂਦਾ। ਬੱਲਿਆ, ਆਥਣ ਨੂੰ ਰਹਿ ਰਾਸ ਸੁਣਦੀ ਸੀ ਘਰੇ ਬੈਠਿਆਂ ਨੂੰ। ਖੇਤੋਂ ਮੁੜਿਆ ਤੇਰਾ ਚਾਚਾ ਘੜੀ ਆ ਕੇ ਬਹਿ ਜਾਂਦਾ, ਕੋਈ ਗੱਲ ਕੱਥ ਕਰ ਲਈਦੀ ਸੀ। ਇੱਥੇ ਤਾਂ ਮੈਨੂੰ ਅੰਦਰ ਸਵਾਰ ਕੇ ਸਾਹ ਨਹੀਂ ਆਉਂਦਾ। ਤੂੰ ਪਿੱਛੇ ਖੁੱਲ੍ਹੀ ਥਾਂ 'ਤੇ ਮੰਜਾ ਢਾ ਦੇ ਮੇਰਾ। ਕੋਈ ਮੋਟੀ ਰਜਾਈ ਦੇ ਦੀ ਉੱਤੇ ਲੈਣ ਨੂੰ। ਬਾਪੂ ਬੈਕਯਾਰਡ ਵਿੱਚ ਮੰਜਾ ਢਾਹ ਕੇ ਸੌਣ ਦੀ ਜ਼ਿੱਦ ਕਰਦਾ, ਬਿਲਕੁਲ ਪਿੰਡ ਵਾਂਗੂ। ਮੈਂ ਬਹੁਤ ਸਮਝਾਉਂਦਾ, ਪਰ ਬਾਪੂ ਨਾ ਮੰਨਦਾ। ਕਦੀ ਸ਼ਾਮ ਨੂੰ ਘਰ ਆਏ ਤੋਂ ਪੈਮ ਦੱਸਦੀ ਕਿ ਅੱਜ ਬਾਪੂ ਸਾਰਾ ਦਿਨ ਘਰ ਦੇ ਸਾਹਮਣੇ ਬੈਠਾ ਰਿਹਾ, ਬਾਹਰ ਰੋਡ 'ਤੇ। ਬੱਲਿਆ, ਸਾਰਾ ਦਿਨ ਕੋਈ ਬੰਦਾ ਨਹੀਂ ਮੱਥੇ ਲੱਗਿਆ, ਬਾਪੂ ਦੱਸਣ ਲੱਗ ਜਾਂਦਾ। ਛੁੱਟੀ ਵਾਲੇ ਦਿਨ ਮੈਨੂੰ ਗੁਰੂ ਘਰ ਹੀ ਲੈ ਜਾ, ਕੋਈ ਜੀ ਤਾਂ ਟੱਕਰੂ। ਮੈਂ ਤਾਂ ਬੰਦੇ ਵੇਖਣ ਨੂੰ ਤਰਸ ਗਿਆ। ਬਾਪੂ ਦੀਆਂ ਗੱਲਾਂ ਦਾ ਪੈਮ ਮਜ਼ਾਕ ਉਡਾਉਂਦੀ। ਉਹਨੂੰ ਲੱਗਦਾ ਬਾਪੂ ਕੈਨੇਡਾ ਆ ਕੇ ਵੀ ਪਿੰਡ ਵਾਲਾ ਮਾਹੌਲ ਭਾਲਦਾ। ਬੂਹੇ ਅੱਗੇ ਥੜੇ 'ਤੇ ਬੈਠੇ ਪਿੰਡ ਦੇ ਵਿਹਲੜ ਬੁੜੇ ਕੁੱਲ ਜਹਾਨ ਦੀਆਂ ਲੂਣੀਆਂ ਸਲੂਣੀਆਂ ਗੱਲਾਂ ਸੁਣਦੇ ਸੁਣਾਉਂਦੇ। ਵੀਕਐਂਡ 'ਤੇ ਜਦ ਮੈਂ ਘਰ ਹੁੰਦਾ, ਬਾਪੂ ਨੂੰ ਗੁਰਦੁਆਰੇ ਛੱਡ ਆਉਂਦਾ। ਜਦ ਸ਼ਾਮ ਨੂੰ ਵਾਪਸ ਲੈ ਕੇ ਆਉਂਦਾ, ਬਾਪੂ ਮੈਨੂੰ ਖੁਸ਼ ਲੱਗਦਾ। ਗੁਰਦੁਆਰੇ ਉਹਨੂੰ ਬਥੇਰੇ ਬੁੜੇ ਟੱਕਰ ਜਾਂਦੇ। ਉੱਥੇ ਅਚਾਨਕ ਬਾਪੂ ਨੂੰ ਉਹਦਾ ਕੋਈ ਪੁਰਾਣਾ ਵਾਕਿਫ ਮਿਲਿਆ ਸੀ। ਗੱਡੀ ਵਿੱਚ ਆਉਂਦਿਆਂ ਬਾਪੂ ਨੇ ਮੇਰੇ ਨਾਲ ਗੱਲ ਛੇੜ ਲਈ। ਮਿੰਦਰ ਮਾਸਟਰ ਹੁੰਦਾ ਸੀ ਬਰਨਾਲੇ ਵਾਲੇ ਸਕੂਲ 'ਚ। ਉਹ ਇੱਥੇ ਮੁੰਡੇ ਕੋਲ ਰਹਿੰਦਾ। ਕਹਿੰਦਾ 70 ਐਵੀਨਿਊ 'ਤੇ ਘਰ ਆ ਸਾਡਾ, ਆਪਾਂ ਚੱਲਾਂਗੇ ਕਦੇ, ਠੀਕ ਆ? ਮੈਂ ਬਸ ਹਾਂ ਵਿੱਚ ਸਿਰ ਹਿਲਾਇਆ। ਹਾਂ ਚੱਲ ਦੇਖ ਲਾਂਗੇ। ਪੈਮ ਇੰਡੀਆ ਜਾਣ ਵਾਲੀ ਮੇਰੀ ਗੱਲ ਦਾ ਜਵਾਬ ਕਿੰਨੀ ਦੇਰ ਬਾਅਦ ਦਿੰਦੀ ਹੈ। ਆਪਣਾ ਚਾਰਟ 'ਤੇ ਕੁਛ ਆਰਡਰ ਕਰ ਦਿਆਂ, ਡਿਨਰ ਬਣਾਉਣ ਦਾ ਜੀਅ ਨਹੀਂ ਕਰਦਾ ਅੱਜ ਤਾਂ, ਉਹ ਮੈਨੂੰ ਪੁੱਛਦੀ ਹੈ। ਨੋ ਪ੍ਰੋਬਲਮ, ਮੈਂ ਆਖ ਕੇ ਆਪਣਾ ਫੋਨ ਫਰੋਲਣ ਲੱਗਦਾ। ਉਹ ਆਪਣਾ ਫੋਨ ਚੁੱਕ ਕੇ ਖਾਣਾ ਆਰਡਰ ਕਰ ਦਿੰਦੀ ਹੈ। ਬਾਬ, ਚੱਕ ਲਿਆਈ ਹੁਣ ਜਾ ਕੇ ਪਲੀਜ਼, ਓਕੇ? ਪੈਕ ਪਿਆ ਹੋਣਾ। ਫਰਾਈਡ ਰਾਈਸ ਅਤੇ ਮਨਚੂਰੀਅਨ ਕਹਿਤਾ। ਮੈਂ ਬਸ ਸਿਰ ਹਿਲਾ ਦਿੰਦਾ। ਇੱਕ ਸ਼ਾਮ ਪੈਮ ਦੀ ਮੀਟਿੰਗ ਸੀ। ਉਹ ਘਰ ਮੁੜਦੀ ਕਾਫੀ ਲੇਟ ਹੋ ਗਈ। ਡਿਨਰ ਬਣਾਉਣ ਵਾਲਾ ਸੀ। ਉਹਨੇ ਰਸਤੇ ਵਿੱਚੋਂ ਪੀਜ਼ਾ ਚੁੱਕ ਲਿਆ, ਪਰ ਪੀਜ਼ਾ ਬਾਪੂ ਨੂੰ ਪਸੰਦ ਨਹੀਂ ਸੀ ਆਇਆ। ਦਾਲ ਸਬਜ਼ੀ ਬਣਨ ਵਾਲੀ ਸੀ। ਬਾਪੂ ਨੇ ਲੂਣ ਵਾਲੀ ਰੋਟੀ ਬਣਵਾ ਕੇ ਖਾ ਲਈ। ਪੈਮ ਖਿੱਚ ਗਈ। ਮੈਂ ਅਗਲੇ ਦਿਨ ਘਰ ਮੁੜਿਆ ਤਾਂ ਉਹ ਬਾਪੂ ਦੀ ਰੋਟੀ ਵਾਲੀ ਗੱਲ ਲੈ ਕੇ ਬੈਠ ਗਈ। ਜੇ ਰੋਟੀਆਂ ਦਾ ਯੱਬ ਹੀ ਕਰਨਾ ਹੁੰਦਾ ਤਾਂ ਮੈਂ ਪੀਜ਼ਾ ਸਿਰ ਸਾੜਨ ਨੂੰ ਲਿਆਉਣਾ ਸੀ। ਮੈਂ ਬਥੇਰਾ ਸਮਝਾਇਆ ਕਿ ਬਾਪੂ ਨੂੰ ਕੀ ਪਤਾ ਪੀਜ਼ਿਆਂ ਬਰਗਰਾਂ ਦਾ, ਪਰ ਪੈਮ ਦੀ ਖਿਝ ਇਸ ਗੱਲ ਨਾਲ ਨਹੀਂ ਸੀ ਮੁੱਕਣ ਵਾਲੀ। ਮੈਨੂੰ ਲੱਗਦਾ ਜਿਵੇਂ ਬਾਪੂ ਨੂੰ ਇੰਡੀਆ ਤੋਂ ਇੱਥੇ ਲਿਆ ਕੇ ਮੈਂ ਸੰਕਟ ਵਿੱਚ ਫਸ ਗਿਆ। ਪਰ ਦੂਜੇ ਹੀ ਪਲ ਮੈਨੂੰ ਪੈਮ 'ਤੇ ਵੀ ਗੁੱਸਾ ਆਉਂਦਾ। ਮੈਂ ਸੋਚਦਾ, ਇਹਦੇ ਆਪਣੇ ਪਿੰਡ ਕਿਹੜਾ ਇਹਦੇ ਬੁੜੇ ਨੇ ਪੀਜ਼ਾ ਸ਼ਾਪ ਖੋਲ੍ਹੀ ਸੀ ਇਹਦੇ ਲਈ? ਪੰਮੀ ਤੋਂ ਪੈਮ ਬਣ ਕੇ ਇਹਨੂੰ ਹੁਣ ਗੱਲਾਂ ਆਉਣ ਲੱਗ ਗਈਆਂ।
ਗੱਲਾਂ ਦੀਆਂ ਗੱਲਾਂ ਬੱਲਿਆ, ਸੁਰਿੰਦਰ ਸਿਉਂ ਨੂੰ ਇੱਥੇ ਕੀ ਕਹਿਣਗੇ ਫਿਰ ਲੋਕ? ਵੀਰੇ ਦੇ ਬੌਬ ਬਣਨ ਵਾਂਗੀ ਬਾਪੂ ਨੇ ਆਪਣੇ ਨਾਮ ਦਾ ਨਿਕਨੇਮ ਪੁੱਛਿਆ। ਸ਼ਾਮ ਦਾ ਵੇਲਾ ਸੀ, ਅਸੀਂ ਘੁੱਟ-ਘੁੱਟ ਲਾਈ ਬੈਠੇ ਸਾਂ। ਸੁਰਿੰਦਰ ਦਾ ਇੱਥੇ ਸੁੱਸ ਬਣਾ ਦਿੰਦੇ ਆ ਗੋਰੇ ਬਾਪੂ, ਮੈਂ ਹੱਸ ਕੇ ਆਖਿਆ। ਇਹ ਸਹੁਰਾ ਕੀ ਹੋਇਆ ਸੁੱਸ, ਜਿਵੇਂ ਸੁੱਸੂ ਹੁੰਦਾ? ਬਾਪੂ ਨੇ ਕਰੋੜ ਕੇ ਆਖਿਆ। ਹੱਸ ਸਾਡੀਆਂ ਵੱਖੀਆਂ ਦੁਖਣ ਲੱਗੀਆਂ। ਕਦੀ ਕਦੀ 2 ਪੈਗ ਲਾ ਕੇ ਬਾਪੂ ਪਿੰਡ ਵਾਲੇ ਰੰਗ 'ਚ ਆ ਜਾਂਦਾ। ਦਾਲ ਸਬਜ਼ੀ ਵਿੱਚ ਨੁਕਸ ਕੱਢ ਦਿੰਦਾ, ਲੂਣ ਹੈ ਨਹੀਂ ਦਾਲ 'ਚ, ਮਸਾਲਾ ਤੂੰ ਕੱਚਾ ਹੀ ਰਹਿਣ ਤਾ ਪੰਮੀ ਪੁੱਤ। ਪੈਮ ਬਾਪੂ ਮੂਹਰੇ ਤਾਂ ਚੁੱਪ ਰਹਿੰਦੀ, ਪਰ ਰੂਮ 'ਚ ਜਾ ਕੇ ਮੇਰੇ ਨਾਲ ਖਿਝਣ ਲੱਗਦੀ। ਬਾਪੂ ਦੀ ਨੁਕਸ ਕੱਢਣ ਵਾਲੀ ਆਦਤ ਨਹੀਂ ਗਈ ਬੌਬ। ਇੱਥੇ ਤਾਂ ਰੋਟੀ ਮਿਲ ਜੇ ਵਿਹਲੇ ਬੈਠੇ ਬੰਦੇ ਨੂੰ ਤਾਂ ਉਹਨੂੰ ਖੁਸ਼ ਹੋਣਾ ਚਾਹੀਦਾ। ਇੰਡੀਆ ਨਹੀਂ ਹੈਗਾ ਇਹ ਕੈਨੇਡਾ ਆ। ਕੈਨੇਡਾ ਮਰਾਵੇ ਤੁਹਾਡਾ ਜਈ ਤਈ, ਬਥੇਰੇ ਪੈਸੇ ਪੈਂਦੇ ਮੇਰੇ ਖਾਤੇ 'ਚ ਪੈਨਸ਼ਨ ਦੇ, ਵਾਪਸ ਤੋਰ ਦੇ ਮੈਨੂੰ ਵੀ ਰਿਹਾ, ਮੈਂ ਨਹੀਂ ਕਮਾਉਂਦਾ ਡਾਲੇ। ਇੱਕ ਸ਼ਾਮ ਬਾਪੂ ਉਖੜ ਗਿਆ। ਅਸੀਂ ਖਾਣੇ ਦੇ ਟੇਬਲ 'ਤੇ ਬੈਠੇ ਸਾਂ। ਪੈਮ ਨੇ ਗੱਲ ਛੇੜ ਲਈ, ਕਹਿਣ ਲੱਗੀ, ਬਾਪੂ ਜੀ ਸਾਰਾ ਦਿਨ ਬੋਰ ਹੁੰਦੇ ਆ, ਬੇਰੀਆਂ ਤੋੜਨ ਲਈ ਵਗ ਜਾਇਆ ਕਰੋ, 4 ਪੈਸੇ ਵੀ ਮਿਲ ਜਾਂਦੇ ਨਾਲੇ। ਬਾਪੂ ਕੀ ਜਾਣਦਾ ਸੀ ਕੈਨੇਡਾ ਨੂੰ। ਉਦੋਂ ਤਾਂ ਉਹਦੇ ਅੰਦਰ ਮਾਸਟਰ ਸੁਰਿੰਦਰ ਸਿੰਘ ਬੋਲਦਾ ਸੀ, ਅਤੇ ਪਿਛਲੇ ਕੁਝ ਸਮੇਂ ਤੋਂ ਬਾਪੂ ਅੰਦਰ ਕੁਝ ਹੋਰ ਬੋਲਣ ਲੱਗਿਆ ਸੀ। ਬੌਬ ਬੋਲਦਾ ਨਹੀਂ ਅੱਜ, ਆਰ ਯੂ ਫਾਈਨ ਨਾ, ਡਾਕਟਰ ਨੂੰ ਦਿਖਾ ਲੈ ਨਹੀਂ ਤਾਂ। ਪੈਮ ਮੈਨੂੰ ਮੁੜ ਪਾਸਟ 'ਚੋਂ ਬਾਹਰ ਕੱਢਦੀ ਹੈ। ਹਾਂ ਫਾਈਨ ਆ, 15 ਮਿੰਟ ਤੱਕ ਜਾਣਾ ਖਾਣਾ ਚੱਕਣ ਮੈਂ, ਤੂੰ ਕੰਮ ਫਿਨਿਸ਼ ਕਰ ਲਾ ਆਪਣਾ। ਅਤੇ ਉਹ ਮੁੜ ਲੈਪਟਾਪ 'ਤੇ ਉਂਗਲਾਂ ਚਲਾਉਣ ਲੱਗਦੀ ਹੈ। ਮੈਂ ਅੰਦਰ ਜਾ ਕੇ ਕੱਪੜੇ ਬਦਲ ਲਏ, ਠੰਡ ਤੋਂ ਬਚਣ ਲਈ ਜੈਕਟ ਪਾ ਲਈ ਅਤੇ ਗੱਡੀ ਲੈ ਕੇ ਖਾਣਾ ਲੈਣ ਲਈ ਚੱਲ ਪਿਆ। ਹੈਲੋ ਰੋਜ਼ੀ, ਕਿੱਦਾਂ? ਆਪਣਾ ਚਾਟ 'ਤੇ ਬੈਠੀ ਕੁੜੀ ਨੂੰ ਮੈਂ ਜਾ ਕੇ ਹੈਲੋ ਆਖਦਾ। ਓ ਭਾਜੀ ਕਿੱਦਾਂ, ਬਹੁਤ ਦਿਨ ਬਾਅਦ ਦਿਸੇ। ਸਾਡੇ ਪਿੰਡਾਂ ਵੱਲ ਦੀ ਹੋਣ ਕਰਕੇ ਉਹ ਮੈਨੂੰ ਭਾਜੀ ਆਖਦੀ। ਪਹਿਲਾਂ ਇਹ ਸਾਡੇ ਨੇੜੇ ਹੀ ਬੇਸਮੈਂਟ ਵਿੱਚ ਰਹਿੰਦੀ ਹੁੰਦੀ ਸੀ, ਅੱਜ ਕੱਲ੍ਹ ਕਿਤੇ ਹੋਰ ਮੂਵ ਕਰ ਗਈ। ਇਹ ਜਦ ਵੀ ਮਿਲਦੀ ਲੰਮੀਆਂ ਲੜੀਆਂ ਛੋਹ ਲੈਂਦੀ, ਇਸ ਲਈ ਮੈਂ ਇਹਦੀਆਂ ਗੱਲਾਂ ਤੋਂ ਬਚਣਾ ਚਾਹੁੰਦਾ। ਮੈਂ ਇੰਡੀਆ ਗਿਆ ਸੀ ਰੋਜ਼ੀ, ਖਾਣਾ ਪੈਕ ਆ। ਮੈਂ ਗੱਲਾਂ ਤੋਂ ਬਚਣ ਲਈ ਖਾਣੇ ਦੀ ਗੱਲ ਤੋਰ ਲੈਂਦਾ ਤਾਂ ਜੋ ਖਾਣਾ ਚੱਕ ਕੇ ਜਾਣ ਵਾਲਾ ਬਣਾ। ਵਾਹ ਕਿੱਦਾਂ, ਕੋਈ ਵਿਆਹ ਸੀ? ਪਰ ਉਹ ਸਵਾਲ ਦਾ ਅੱਗਣੋਂ ਨਹੀਂ ਹਟਦੀ। ਨਹੀਂ ਬਸ ਊਂ ਪਹਿਲਾਂ ਤਾਂ ਚਿੱਤ ਸੀ ਕਿ ਅਸਲੀ ਵਜ੍ਹਾ ਦੱਸਦਿਆਂ, ਫਿਰ ਕੁਝ ਸੋਚ ਕੇ ਚੁੱਪ ਰਿਹਾ। ਇੰਡੀਆ ਵਿਆਹਾਂ ਦਾ ਵੀ ਬਹੁਤ ਜ਼ੋਰ ਆ। ਕਿੱਦਾਂ ਅੱਜ ਹੀ ਸਾਡੀ ਕੋਈ ਰਿਸ਼ਤੇਦਾਰੀ 'ਚੋਂ ਆਇਆ ਵਿਆਹ ਦੇਖ ਕੇ, 2 ਲਿਫਾਫੇ ਭਾਜੀ ਦੇ ਗਿਆ। ਰੁਕੋ ਇੱਕ ਤੁਹਾਨੂੰ ਦਿੰਦੀ ਹਾਂ, ਪੈਮ ਭਾਬੀ ਨੂੰ ਦੇ ਦਿਓ। ਮੇਰੇ ਰੋਕਣ ਤੋਂ ਪਹਿਲਾਂ ਅਗਲੇ ਕਸਟਮਰ ਨੂੰ ਜਸਟ ਵੇਟ ਪਲੀਜ਼ ਕਹਿ ਕੇ ਉਹ ਪਿੱਛੇ ਲਿਫਾਫਾ ਚੱਕਣ ਲਈ ਤੁਰ ਗਈ। ਆ ਲਓ, ਜਵਾਕ ਕੋਈ ਨਹੀਂ ਖਾਂਦੇ, ਮੈਂ 2 ਲਿਫਾਫੇ ਕੀ ਕਰਨੇ, ਬਿਮਾਰ ਹੋਣਾ ਕਿਤੇ। ਮੈਂ ਬਿਨ ਬੋਲੇ ਲਿਫਾਫਾ ਫੜ ਲੈਂਦਾ। ਮਿੰਟ ਕੁ ਮਗਰੋਂ ਮੁੰਡਾ ਖਾਣੇ ਵਾਲਾ ਲਿਫਾਫਾ ਲਿਆ ਕੇ ਕਾਊਂਟਰ 'ਤੇ ਧਰ ਦਿੰਦਾ। ਮੈਂ ਬਿੱਲ ਪੇ ਕਰਨ ਲਈ ਆਪਣਾ ਕਾਰਡ ਦਿੰਦਾ ਅਤੇ ਥੈਂਕਸ ਭਰੀ ਸਮਾਈਲ ਰੋਜ਼ੀ ਨੂੰ ਦੇ ਕੇ ਵਾਪਸ ਆ ਜਾਂਦਾ। 2 ਕੁ ਵਾਰ ਬਾਪੂ ਵੀ ਆਇਆ ਸੀ ਮੇਰੇ ਨਾਲ। ਬਾਪੂ ਅਤੇ ਰੋਜ਼ੀ ਦੋਵੇਂ ਗੱਲਾਂ ਦਾ ਖੱਟਿਆ ਖਾਣ ਵਾਲੇ, ਪਿੰਡ ਦੀਆਂ ਗੱਲਾਂ ਛੇੜ ਕੇ ਬੈਠ ਗਏ। ਨਵੇਂ ਆਏ ਸਾਰੇ ਹੀ ਇਉਂ ਕਰਦੇ ਹੁੰਦੇ ਆ, ਉਦਰੇਵਾਂ ਹੁੰਦਾ ਨਾ, ਐਵੇਂ ਲੋਕਾਂ ਨੂੰ ਪਿੰਡ ਪੁੱਛੀ ਜਾਣਗੇ, ਕੋਈ ਆਪਣੇ ਪਿੰਡਾਂ ਦਾ ਮਿਲ ਜੇ ਤਾਂ ਹੋਰ ਸਾਂਝਾਂ ਕੱਢਣਗੇ। ਮੈਂ ਗੱਡੀ ਵਿੱਚ ਬੈਠਿਆਂ ਬਾਪੂ ਨੂੰ ਆਖਿਆ ਸੀ, ਪਰ ਉਦੋਂ ਤੱਕ ਬਾਪੂ ਬਹੁਤਾ ਨਵਾਂ ਨਹੀਂ ਸੀ। ਉਹਦਾ ਚਿੱਤ ਕੁਝ ਲੱਗ ਗਿਆ ਸੀ ਇੱਥੇ। ਵੀਕਐਂਡ 'ਤੇ ਗੁਰੂ ਘਰ ਜਾਂਦਾ ਸਵੇਰੇ ਸਵੇਰੇ, ਫਿਰ ਮਿੱਤਰਾਂ ਬੇਲੀਆਂ ਨਾਲ ਕਿਧਰੇ ਬੈਠ ਜਾਂਦਾ। 2 ਕੁ ਵਾਰੀ ਤਾਂ ਆਪਣੇ ਦੋਸਤਾਂ ਨਾਲ ਵਿਕਟੋਰੀਆ ਵੀ ਜਾ ਆਇਆ ਸੀ। ਫੈਰੀ ਤੱਕ ਮੈਂ ਛੱਡ ਕੇ ਅਤੇ ਲੈ ਕੇ ਆ ਜਾਂਦਾ। ਬੱਸਾਂ ਦਾ ਹਿਸਾਬ ਉਹਨੂੰ ਲੱਗਣ ਲੱਗ ਗਿਆ ਸੀ। ਕੰਪਾਸ ਕਾਰਡ ਮੈਂ ਬਣਾ ਦਿੱਤਾ ਸੀ। ਨਾ ਉਧਰਿਆ ਕਾਹਨੂੰ, ਮੈਂ ਤਾਂ ਊਂ ਹੀ ਪੁੱਛ ਲਿਆ, ਪਿੰਡਾਂ ਵੱਲ ਦੀ ਆ ਆਪਣੇ, ਧੀ ਭੈਣ ਲੱਗਦੀ ਆ ਆਖਰ। ਬਾਪੂ ਸਾਂਝਾਂ ਦੇ ਆਧਾਰ ਬਣਾਉਂਦਾ, ਉਹੀ ਸਾਂਝ ਜੋ ਮੈਨੂੰ ਪਿਛਲੇ ਕਈ ਦਿਨਾਂ ਤੋਂ ਮਹਿਸੂਸ ਹੁੰਦੀ ਪਈ ਸੀ, ਆਪਣੇ ਤਾਇਆਂ ਚਾਚਿਆਂ ਨਾਲ, ਪਿੰਡ ਨਾਲ, ਭਾਈਚਾਰੇ ਨਾਲ, ਬਾਪੂ ਦੇ ਉਸ ਪੁਰਾਣੇ ਘਰ ਨਾਲ। ਬੱਲਿਆ
ਕਦੇ ਮਾਰ ਕੇ ਆ ਗੇੜਾ, ਚਾਚੇ ਤੇਰੇ ਨੂੰ ਕਿਹਾ ਹੋਇਆ ਮੈਂ, ਥਾਂ ਦਾ ਕਰਿਆ ਨਵੇੜਾ। ਆਪਾਂ ਉੱਥੇ ਕਿਹੜਾ ਰਹਿਣਾ ਜਾ ਕੇ ਹੁਣ। ਬਾਪੂ ਪੁਰਾਣਾ ਘਰ ਵੇਚਣ ਦੀ ਗੱਲ ਕਰਦਾ ਹੁੰਦਾ ਸੀ। ਮੈਂ ਟਾਈਮ ਕੱਢਣ ਦਾ ਲਾਰਾ ਲਾਉਂਦਾ ਰਿਹਾ। ਇਕੱਲੇ ਬਾਪੂ ਨੂੰ ਮੈਂ ਜਾਣ ਨਾ ਦਿੱਤਾ, ਪਰ ਜਦ ਬਾਪੂ ਬਹੁਤਾ ਹੀ ਖਹਿੜੇ ਪੈ ਗਿਆ, ਮੈਂ ਚਾਚੇ ਨਾਲ ਗੱਲ ਕਰਕੇ ਇੰਡੀਆ ਜਾ ਕੇ ਘਰ ਵੇਚ ਦਿੱਤਾ। ਪੈਸੇ ਲੈ ਕੇ ਹਫ਼ਤੇ ਕੁ ਵਿੱਚ ਹੀ ਮੈਂ ਵਾਪਸ ਆ ਗਿਆ। ਜਹਾਜ਼ ਵਿੱਚ ਬੈਠਾ ਮੈਂ ਸਾਰੇ ਰਸਤੇ ਸੋਚਦਾ ਰਿਹਾ, ਅੱਜ ਜਦ ਮੈਂ ਘਰ ਜਾਣਾ, ਵਿਕੇ ਹੋਏ ਘਰ ਨੂੰ ਯਾਦ ਕਰਕੇ ਬਾਪੂ ਜ਼ਰੂਰ ਉਦਾਸ ਹੋਏਗਾ। ਲੈ ਬਈ ਦੇਖ ਲਾ ਹੁਣ ਇਹਨੂੰ। ਘਰ ਪਹੁੰਚ ਕੇ ਖਾਣਾ ਟੇਬਲ 'ਤੇ ਧਰ ਕੇ ਮੈਂ ਪੈਮ ਨੂੰ ਆਖਦਾ, ਕਰਦੀ ਹਾਂ ਮੈਂ ਗਰਮ, ਆ ਜਾ ਤੂੰ ਮੇਜ਼ 'ਤੇ। ਪੈਮ ਖਾਣਾ ਗਰਮ ਕਰਕੇ ਡਾਈਨਿੰਗ ਟੇਬਲ 'ਤੇ ਲਿਆ ਧਰਦੀ ਹੈ। ਖਾਣਾ ਖਾਂਦਿਆਂ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹਿੰਦੇ ਹਾਂ। ਪੈਮ ਕੁਝ ਪੁੱਛਦੀ ਹੈ, ਮੈਂ ਹੂੰ ਹਾਂ ਆਖ ਦਿੰਦਾ। ਬੌਬ ਤੂੰ ਕੁਝ ਦੱਸਦਾ ਵੀ ਨਹੀਂ, ਪਰ ਹੈਗਾ ਤੂੰ ਜਿੱਦਾਂ ਉਦਾਸ ਆ। ਪੈਮ ਮੇਰਾ ਚਿਹਰਾ ਪੜ੍ਹਨ ਦੀ ਕੋਸ਼ਿਸ਼ ਕਰਦੀ ਹੈ। ਨੋ ਐਸੀ ਕੋਈ ਗੱਲ ਨਹੀਂ, ਤੈਨੂੰ ਐਵੇਂ ਵਹਿਮ ਹੋ ਗਿਆ। ਜਿਵੇਂ ਉਦੋਂ ਮੈਨੂੰ ਵਹਿਮ ਸੀ ਬਾਪੂ ਦੇ ਉਦਾਸ ਹੋਣ ਦਾ। ਪਰ ਬਾਪੂ ਤਾਂ ਜ਼ਰਾ ਵੀ ਉਦਾਸ ਨਹੀਂ ਸੀ। ਉਹਨੇ ਘਰ ਬਾਰੇ ਕੋਈ ਬਹੁਤੀ ਗੱਲ ਨਹੀਂ ਕੀਤੀ ਮੇਰੇ ਨਾਲ। ਅਚਾਨਕ ਘਰ ਅਤੇ ਉਸ ਤੋਂ ਬਾਅਦ ਪਿੰਡ ਉਹਦੇ ਮਨ ਵਿੱਚੋਂ ਜਿੱਦਾਂ ਮਨਫੀ ਹੋ ਗਿਆ। ਮੈਨੂੰ ਜ਼ਰਾ ਸਮਝ ਨਾ ਆਉਂਦੀ ਬਾਪੂ ਦੇ ਸੁਭਾਅ ਦੀ। ਉਹਨੇ ਮੁੜ ਕਦੀ ਬੇਬੇ ਦੇ ਸੰਦੂਖ ਬਾਰੇ ਵੀ ਨਹੀਂ ਸੀ ਪੁੱਛਿਆ, ਜੋ ਮੈਂ ਘਰ ਵੇਚਣ ਮੌਕੇ ਚਾਚੇ ਵੱਲ ਧਰ ਆਇਆ ਸੀ। ਨਾ ਹੀ ਉਹਨੇ ਕਦੇ ਖਾਲੀ ਘਰਾਂ, ਸੁੰਨੀਆਂ ਸੜਕਾਂ ਦੀ ਗੱਲ ਕੀਤੀ ਸੀ। ਅਤੇ ਫਿਰ ਜਦੋਂ ਬਾਪੂ ਬਿਮਾਰ ਹੋਇਆ, ਉਹ ਹੋਰ ਵੀ ਅਜੀਬ ਗੱਲਾਂ ਕਰਨ ਲੱਗ ਪਿਆ। ਵੀਰਿਆ, ਉਹ ਕਨੇਡਾ 'ਚ ਮਰਨ ਵਾਲੇ ਦੀਆਂ ਮੌਜਾਂ ਕਿ ਨਹੀਂ। ਉਹ 2 ਕੁ ਵਾਰ ਮੇਰੇ ਨਾਲ ਕਿਸੇ ਦੇ ਫਿਊਨਰਲ 'ਤੇ ਗਿਆ ਸੀ। ਕੁਰਸੀਆਂ 'ਤੇ ਬੈਠੇ ਬੰਦੇ, ਬੁੜੀਆਂ, ਮੁਰਦੇ ਨੂੰ ਦਾਗਣ ਦਾ ਢੰਗ, ਸਾਰਾ ਕੁਝ ਬਾਪੂ ਲਈ ਨਵਾਂ ਸੀ। ਸ਼ਾਇਦ ਉਹਨੇ ਇਸੇ ਲਈ ਕਿਹਾ ਸੀ ਕਿ ਇੱਥੇ ਮਰਨ ਵਾਲਾ। ਮੈਂ ਸੋਚਦਾ ਸੀ ਬਾਪੂ ਕਹੇਗਾ ਕਿ ਵੀਰਿਆ ਮੈਨੂੰ ਪਿੰਡ ਲੈ ਚੱਲ, ਪਰ ਉਹਦੀ ਕੋਈ ਇੱਛਾ ਨਹੀਂ ਸੀ ਆਪਣੇ ਪਿੰਡ ਦੀ ਮਿੱਟੀ ਵਿੱਚ ਜਾ ਕੇ ਰਲਣ ਦੀ। ਉਹ ਪਿੰਡ ਦੀ ਕੋਈ ਗੱਲ ਹੀ ਨਹੀਂ ਸੀ ਕਰਦਾ, ਨਾ ਹੀ ਅੰਤਲੇ ਵੇਲੇ ਉਹਨੇ ਐਸਾ ਕੁਛ ਯਾਦ ਕੀਤਾ। ਪਰ ਇੱਥੇ ਭੋਗ ਪਵਾਉਣ ਮਗਰੋਂ ਮੈਂ ਇੰਡੀਆ ਚਲਾ ਗਿਆ। ਗੁਰਦੁਆਰੇ ਭੋਗ ਪਵਾਇਆ, ਬਾਪੂ ਦੇ ਨਾਮ ਦਾ ਲੰਗਰ ਲਗਾਇਆ। ਠੰਡ ਦਾ ਮੌਸਮ ਸੀ। ਬਾਪੂ ਦੇ ਨਾਮ ਤੋਂ ਗਰੀਬ ਗੁਰਬਿਆਂ ਨੂੰ ਬੂਟਾਂ ਜਰਾਬਾਂ ਵੰਡੀਆਂ। ਚਾਚੇ ਵੱਲ ਪਿਆ ਬੇਬੇ ਦਾ ਸੰਦੂਖ ਅਤੇ ਪਿੰਡ ਵਾਲਾ ਘਰ, ਦੋਨਾਂ ਨੂੰ ਹੀ ਦੇਖ ਦੇਖ ਮੈਂ ਉਦਾਸ ਹੁੰਦਾ ਰਿਹਾ। ਵਹਿਮ ਨਹੀਂ ਬੌਬ, ਪਿੰਡੋਂ ਆ ਕੇ ਤੂੰ ਮੈਨੂੰ ਲੋਟ ਨਹੀਂ ਲੱਗਦਾ। ਸ਼ੇਅਰ ਤਾਂ ਕਰ, ਆਖਿਰ ਮਸਲਾ ਕੀ ਆ। ਪੈਮ ਥੋੜ੍ਹੇ ਫਿਕਰ, ਥੋੜ੍ਹੀ ਖਿਝ ਨਾਲ ਪੁੱਛਦੀ ਹੈ। ਪੈਮ, ਹੁਣ ਜਦ ਆਪਾਂ ਪਿੰਡ ਜਾਣਾ ਨਾ, ਪਿੰਡ ਥਾਂ ਲੈ ਕੇ ਨਵਾਂ ਘਰ ਪਾ ਕੇ ਆਉਣਾ। ਬੇਬੇ ਵਾਲਾ ਸੰਦੂਖ ਆਪਣੇ ਘਰੇ ਧਰ ਕੇ ਆਵਾਂਗੇ। ਮੈਂ ਪਿੰਡ ਜਾ ਕੇ ਮਰਨਾ ਚਾਹੁੰਦਾ ਪੈਮ, ਮੇਰਾ ਭੋਗ ਵੀ ਆਪਣੇ ਘਰ 'ਚ ਪਾਇਓ। 4 ਦਿਨ ਦੇ ਰੁਕੇ ਹੰਝੂ ਮੇਰੀਆਂ ਅੱਖਾਂ ਵਿੱਚੋਂ ਵਹਿ ਤੁਰੇ। ਪੈਮ ਹੈਰਾਨ ਹੋਈ ਮੇਰੇ ਵੱਲ ਦੇਖ ਰਹੀ ਸੀ। ਬਾਹਰ ਬਾਰਿਸ਼ ਹੋਰ ਤੇਜ਼ ਹੋ ਗਈ। ਡਿੱਗਦੀਆਂ ਕਣੀਆਂ ਦੀ ਆਵਾਜ਼ ਸਾਡੇ ਵਿਚਾਲੇ ਦੀ ਚੁੱਪ ਨੂੰ ਤੋੜਨ ਲੱਗੀ। ਇਹ ਕੈਸੀ ਇੱਛਾ ਸੀ, ਮੈਨੂੰ ਖੁਦ ਨੂੰ ਸਮਝ ਨਹੀਂ ਸੀ ਆ ਰਿਹਾ। ਇਹ ਸੀ ਕਹਾਣੀ ਸੰਦੂਖ, ਅਤੇ ਲੇਖਕ ਸੀ ਸਿਮਰਨ ਧਾਲੀਵਾਲ। ਧੰਨਵਾਦ।